जय मसीह दी सारिਆਂ ਨੂੰ। ਆਈ ਅੱਜ ਦਾ ਵਚਨ ਕਰਨੇ ਆ ਸ਼ੁਰੂ। याकूब दी पत्री ਉਹਦਾ ਪਹਿਲਾ ਅਧਿਆਇ और ਉਹਦਾ 1 ਤੋਂ ਲੈ ਕੇ 3 तक मैं पढ़ूँगा। परमेश्वर के और प्रभु यीशु मसीह का दास याकूब की ओर से इन 12 गोत्रों को जो तित्र बित्र होकर रहते हैं नमस्कार पहुँचे। है भाइयों, जब तुम नाना प्रकार की परीक्षा में पढ़ते हो तो इसे पूरे आनंद की बात समझो। ये जानो कि तुम्हारा विश्वास के परख जाने के धीरज उत्पन्न होता है, पर धीरज को अपना पूरा काम करने दो कि तुम पूरे और सिद्ध हो जाओ और तुम में किसी बात की घटी ना हो। प्रभु इस वचन के नाल हड नाल गल करे। आइए प्रार्थना करने हैं। प्यारे प्रभु जी, धन्यवाद स्तुति और बड़ाई के साथ आपके चरणों में आके झुक जाके दंडवत प्रणाम करते हैं। समय दिया धन्यवाद देते हैं। प्रभु जी, पढ़े गए वचन पे आशीष करे और अपना महिमा करने के लिए सहायता और मदद करे। मेरे मुंह के अंदर प्रभु जी अपने वचनों को भरे। प्रभु जी अपनी ज्ञान और बुद्धि के साथ नहीं, प्रभु जी पवित्र आत्मा से भर के बोलने के लिए सहायता और मदद करे। जो सुने उनके उससे भी बात करे, उनकी कमी घटियों को पूरा करे और उनके जीवन में प्रभु जी आप आशीष लेके आएँ। प्रभु जी ये समय को प्रभु जी आपके हाथों में सौंप देते हुए प्रार्थना विनती को प्रभु यीशु मसीह के नाम से मांगते हैं, आमीन। पढ़ा गया वचन याकूब दी पत्री ਉਹਦਾ 1 ਅਧਿਆਇ ਔਰ 1 ਤੋਂ ਲੈ ਕੇ 3 ਤੱਕ ਅਸੀਂ ਪੜਿਆ ਵਗਾ। ਇਹਦੇ ਵਿੱਚ ਪਹਿਲੇ वचन ਵਿੱਚ ਲਿਖਿਆ ਵਗਾ कि परमेश्वर और प्रभु यीशु मसीह का दास याकूब और जो उन 12 गोत्र जो तित्र बित्र होकर रहते हैं उनको नमस्कार पहुँचे। है भाइयों, जब तुम नाना प्रकार की परीक्षा में पढ़ो तो इसे पूरे आनंद की बात समझो। ओ भैन और भराओ, ਅਸੀਂ ਵੇਖਣ ਦੇ ਆ याकूब ਦੀ ਪੱਤਰੀ। याकूब ਦੀ ਪੱਤਰੀ ਵਿੱਚ याकूब ਦੀ ਜਿਹੜੀ ਪੱਤਰੀ ਹੀਗੀ, ਇਹ ਜਿਹੜੀ ਹੀਗੀ ਪੱਤਰੀ याकूब ਨੇ ਲਿਖੀ ਹੀਗੀ। ਔਰ याकूब ਦੀ ਪੱਤਰੀ ਵਿੱਚ ਪਹਿਲੇ ਵਚਨ ਵਿੱਚ ਲਿਖਿਆ ਗਿਆ ਵਗਾ ਕਿ ਜਿਹੜੇ 12 ਗੋਤਰ ਨੂੰ ਨਮਸਕਾਰ ਕਹਿਣ ਡਿਆ ਵਗਾ। याकूब ਉਹ ਪੱਤਰੀ ਵਿੱਚ ਲਿਖ ਕੇ ਕਹਿਣ ਡਿਆ ਵਾ ਕਿ ਜਿਹੜੇ ਤਿੱਤਰ ਬਿੱਤਰ ਹੋ ਕੇ ਜਿਹੜੇ ਵੰਡੇ ਗਏ ਹੈਗੇ ਗੋਤਰ, ਉਹਨਾਂ ਦੇ ਬਾਰੇ ਵਿੱਚ ਕਿਹਾ ਗਿਆ ਵਾ ਕਿ 12 ਗੋਤਰਾਂ ਨੂੰ ਨਮਸਕਾਰ याकूब ਕਹਿਣ ਡਿਆ ਵਗਾ। याकूब ਦੀ ਜਿਹੜੀ ਪੱਤਰੀ ਹੈਗੀ ਉਹਦੇ ਪਹਿਲੇ ਵਚਨ ਵਿੱਚ 12 ਗੋਤਰਾਂ ਨੂੰ ਨਮਸਤੇ ਔਰ ਸਲਾਮ ਕਿਹਾ ਗਿਆ ਵਗਾ। ਇਹ ਗੱਲ याकूब ਨੇ ਪਹਿਲੋਂ ਕਿਉਂ ਲਿਖੀ ਆਪਣੀ ਪੱਤਰੀ ਵਿੱਚ? याकूब ਦੀ ਪੱਤਰੀ ਵਿੱਚ 12 ਗੋਤਰ ਦੇ ਬਾਰੇ ਵਿੱਚ ਕਿਉਂ ਲਿਖਿਆ ਗਿਆ? ਜਾਂ ਜਿਹੜੇ 12 ਗੋਤਰ ਹੀਗੇ, ਇਹ ਜਿਹੜੇ ਹੀਗੇ परमेश्वर दे चुने हुए लोग ही गए। मतलब कि 12 गोत्रां दा मतलब आ जेड़े हुण तित्र बित्र हो के अलग अलग थां ते वंडे गए हैगे, उन्हां दे बारे विच लिखिया वा। मतलब कि जे 12 गोत्रां दा मतलब आ कि जेड़े विश्वासी आ, जेड़े कि मसीह नूं पा चुके आ, जेड़े उहदे खून दे नाल तुल चुके आ, जेड़े प्रभु यीशु मसीह नूं जान चुके हैगे। ये जेड़े आ ਉਹ ਲੋਕ ਆ ਜਿਹੜੇ ਮਸੀਹ ਦੇ ਘਰ ਵਿੱਚ ਆਉਂਦੇ ਹੀਗੇ ਔਰ ਮੰਡਲੀਆਂ ਦੇ ਵਿੱਚ ਬਹਿੰਦੇ ਹੀ ਔਰ ਪਰਮੇਸ਼ਵਰ ਦੀ ਸੇਵਾ ਕਰਦੇ ਹੀ ਔਰ ਮੰਡਲੀ ਵਿੱਚ ਰਹਿੰਦੇ ਹੀਗੇ। ਪਰ ਮੰਡਲੀ ਵਿੱਚ ਆਉਂਦੇ ਉਹਨਾਂ ਦੇ ਜੀਵਨ ਵਿੱਚ ਕੁਝ ਐਸਾ ਹੋਇਆ ਕਿ ਲੋਕੀ ਮੰਡਲੀਆਂ ਨੂੰ ਛੱਡ ਕੇ ਆਪਣੇ ਆਪ ਨੂੰ ਪਰਮੇਸ਼ਵਰ ਦੇ ਘਰ ਵਿੱਚੋਂ ਅਲੱਗ ਕਰ ਦਿੱਤਾ ਉਹਨਾਂ ਨੇ ਔਰ ਜਾ ਕੇ ਅਲੱਗ ਦੇਸ਼ ਵਿੱਚ ਜਾ ਕੇ ਰਹਿਣ ਡੈ ਪਏ ਆਪਣੇ ਪਰਿਵਾਰ ਦੇ ਨਾਲ, ਆਪਣੇ ਨਿਆਣਿਆਂ ਦੇ ਨਾਲ। ਔਰ ਫਿਰ ਉਹ ਜਿਹੜੇ ਹੀ ਪਰਮੇਸ਼ਵਰ ਨੂੰ ਭੁੱਲ ਗਏ ਔਰ ਪਰਮੇਸ਼ਵਰ ਦਾ ਜਿਹੜਾ ਵਚਨ ਹੀਗਾ ਉਹਨੂੰ ਵੀ ਭੁੱਲ ਗਏ ਔਰ ਪਰਮੇਸ਼ਵਰ ਦੇ ਘਰ ਨੂੰ ਵੀ ਭੁੱਲ ਗਏ। ਉਹ ਭੈਣ ਔਰ ਭਰਾਓ, ਅਸੀਂ ਕਈ ਲੋਕ ਹੈਗੇ, ਸਾਡੇ ਜੀਵਨਾਂ ਵਿੱਚ ਵੀ ਬਹੁਤ ਕੁਛ ਇਸ ਤਰ੍ਹਾਂ ਹੀ ਹੁੰਦਾ ਵਾਗਾ। मतलब याकूब ਕਹਿਣ ਡਿਆ ਵਾ ਜਿਹੜੇ 12 ਗੋਤਰ ਜਿਹੜੇ ਤਿੱਤਰ ਬਿੱਤਰ ਹੋ ਕੇ ਰਹਿਣ ਦੇ ਆ ਜਿਹੜੇ ਅਲੱਗ ਜਗ੍ਹਾ 'ਤੇ, ਉਹਨਾਂ ਦਾ ਮਤਲਬ ਇਹ ਆ ਕਿ ਜਿਹੜੇ ਪਰਮੇਸ਼ਵਰ ਦੇ ਲੋਕ ਆ, ਜਿਹੜੇ ਪਰਮੇਸ਼ਵਰ ਨੂੰ ਜਾਣਨ ਦੇ ਬਾਅਦ ਜਦੋਂ ਉਹਨਾਂ ਦਾ ਜੀਵਨ ਪਰਮੇਸ਼ਵਰ ਦੇ ਘਰ ਵਿੱਚੋਂ ਅਲੱਗ ਹੋ ਜਾਂਦਾ ਵਾ ਤੇ ਉਹਨਾਂ ਦੇ ਜੀਵਨਾਂ ਵਿੱਚ ਕਿਸ ਤਰ੍ਹਾਂ ਦਾ ਬੀਤਦਾ ਵਾ ਔਰ ਉਹਨਾਂ ਦੇ ਨਾਲ ਕੀ ਹੁੰਦਾ ਵਗਾ। ਅਸੀਂ ਜਦੋਂ ਨਵੇਂ ਪਰਮੇਸ਼ਵਰ ਦੇ ਉੱਤੇ ਵਿੱਚ
ਆਉਂਦੇ ਹੈਗੇ, ਜਦੋਂ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰਨੇ ਆ, ਉਦੋਂ ਸਾਡਾ ਜੀਵਨ ਜਿਹੜਾ ਵਾ ਬੜਾ ਹੀ ਵਧੀਆ ਤੇ ਚੰਗਾ ਹੁੰਦਾ ਵਗਾ, ਪਵਿੱਤਰ ਆਤਮਾ ਦੇ ਨਾਲ ਭਰਿਆ ਹੋਇਆ ਹੁੰਦਾ ਵਗਾ। ਜਦੋਂ ਸਾਡੇ ਜੀਵਨਾਂ ਵਿੱਚ ਦੁੱਖ ਔਰ ਤਕਲੀਫ ਜਦੋਂ ਸਾਡੇ ਜੀਵਨ ਵਿੱਚ ਆਉਂਦੀ ਆ ਤਾਂ ਉਹ ਜਿਹੜੀ ਦੁੱਖ ਔਰ ਤਕਲੀਫ ਨੂੰ ਵੀ ਪਾਰ ਕਰ ਲੈਂਦੇ ਆ, ਹੱਸ ਕੇ ਔਰ ਖੁਸ਼ੀ ਦੇ ਨਾਲ, ਕਿਉਂਕਿ ਪਰਮੇਸ਼ਵਰ ਦੇ ਵਿੱਚ ਅਸੀਂ ਬੜੇ ਹੀ ਖੁਸ਼ ਰਹਿੰਦੇ ਹੈਗੇ। ਔਰ ਜਦੋਂ ਮੁਸ਼ਕਿਲਾਂ ਜ਼ਿਆਦਾ ਵੱਧ ਜਾਂਦੀਆਂ ਵਾ ਤਾਂ ਅਸੀਂ ਪਰਮੇਸ਼ਵਰ ਦੇ ਘਰ ਵਿੱਚ ਆ ਕੇ ਪਰਮੇਸ਼ਵਰ ਦੀ ਮੰਡਲੀ ਨੂੰ ਦੱਸਣੇ ਹੈਗੇ ਔਰ ਆਪਣੇ ਭੈਣ ਭਰਾਵਾਂ ਨੂੰ ਦੱਸਣੇ ਹੈਗੇ ਜਿਹੜੇ ਮੰਡਲੀ ਦੇ ਵਿੱਚ ਆ, ਤੇ ਉਹ ਵੀ ਸਾਡੀ ਮੁਸ਼ਕਿਲਾਂ ਨੂੰ ਵੇਖ ਕੇ ਸਾਡੇ ਵਾਸਤੇ ਦੁਆ ਤੇ ਪ੍ਰਾਰਥਨਾ ਕਰਦੇ ਆ, ਉਪਵਾਸ ਕਰਕੇ। ਫਿਰ ਵੀ ਉਦੋਂ ਵੀ ਸਾਡੇ ਜੀਵਨ ਕਿਸ ਤਰ੍ਹਾਂ ਹੁੰਦਾ ਵਾ ਕਿ ਉਹ ਜਦੋਂ ਪ੍ਰਾਰਥਨਾ ਸਾਡੇ ਵਾਸਤੇ ਕਰਦੇ ਆ ਤੇ ਅਸੀਂ ਬੜੇ ਖੁਸ਼ ਹੁੰਦੇ ਹੈਗੇ ਕਿ ਸਾਡੇ ਵਾਸਤੇ ਪ੍ਰਾਰਥਨਾ ਕਰਨ ਦੇ ਆ, ਔਰ ਉਹ ਜਿਹੜੀਆਂ ਵੀ ਪਰੀਖਿਆ ਸਾਡੇ ਜੀਵਨਾਂ ਵਿੱਚ ਹੁੰਦੀਆਂ ਵਾ ਉਹਦੇ ਵਿੱਚੋਂ ਵੀ ਅਸੀਂ ਬਾਹਰ ਨਿਕਲ ਡਾ ਪੈਂਦੇ ਹੈਗੇ। ਪਰ ਜਦੋਂ ਲੋਕ ਪੁਰਾਣੇ ਹੋ ਜਾਂਦੇ ਹੈਗੇ, ਜਦੋਂ ਉਹਨਾਂ ਨੂੰ ਪਤਾ ਲੱਗਦਾ ਵਾ ਕਿ ਬਹੁਤ ਦਿਨ ਤੱਕ ਪਰਮੇਸ਼ਵਰ ਦੀ ਸੇਵਾ ਕਰ ਲਈ ਆ, ਪਰਮੇਸ਼ਵਰ ਦਾ ਕੰਮ ਕਰ ਲਿਆ ਵਾ, ਤੇ ਇੱਥੇ ਅਸੀਂ ਆਪਣੇ ਪਿੰਡ ਵਿੱਚ ਰਹਿਣ ਦੇ ਆ, ਆਪਣੇ ਦੇਸ਼ ਵਿੱਚ ਰਹਿਣ ਦੇ ਆ, ਹੁਣ ਸਾਨੂੰ ਥੋੜ੍ਹਾ ਜਿਹਾ ਕਮਾ ਲੈਣਾ ਚਾਹੀਦਾ ਵਾ ਔਰ ਆਪਣੇ ਵਾਸਤੇ ਅਸੀਂ ਕਮਾਉਣਾ ਚਾਹੀਦਾ ਵਾ। ਆਪਣੇ ਪਿੰਡ ਵਿੱਚ ਰਵਾਂਗੇ ਤੇ ਇੱਥੇ ਸਾਨੂੰ ਕੀ ਮਿਲੂਗਾ ਕਰਕੇ ਕਈ ਲੋਕ ਇਹੋ ਜਿਹੀਆਂ ਚੀਜ਼ਾਂ ਨੂੰ, ਗੱਲਾਂ ਨੂੰ ਸੋਚ ਕੇ ਜਿਹੜਾ ਕੀ ਕਰਦੇ ਆ, ਦੂਸਰੇ ਸ਼ਹਿਰਾਂ ਵਿੱਚ ਚਲ ਜਾਂਦੇ ਆ ਔਰ ਉੱਥੇ ਜਾ ਕੇ ਵਸ ਜਾਂਦੇ ਆ। ਮਤਲਬ ਕਿ ਆਪਣੇ ਕਮਾਉਣ ਵਾਸਤੇ ਔਰ ਆਪਣੇ ਘਰ ਨੂੰ ਚਲਾਉਣ ਵਾਸਤੇ ਪਰਮੇਸ਼ਵਰ ਦੇ ਘਰ ਵਿੱਚੋਂ ਦੂਰ ਹੋ ਕੇ ਜਾ ਕੇ ਕਿਤੇ ਹੋਰ ਵਸ ਜਾਂਦੇ ਆ। ਜਿਸ ਤਰ੍ਹਾਂ ਕਿ ਯਾਕੂਬ ਨੇ ਕਿਹਾ ਵਾਗਿਆ, ਜਿਹੜੇ 12 ਗੋਤਰ ਜਿਹੜੇ ਤਿੱਤਰ ਬਿੱਤਰ ਹੋ ਗਏ ਆ, ਇਹਦਾ ਮਤਲਬ ਉਹ ਤਿੱਤਰ ਬਿੱਤਰ ਕਿਉਂ ਹੋ ਗਏ ਸੀਗੇ? ਕਿਉਂਕਿ ਉਸ ਦੇਸ਼ ਵਿੱਚ ਜਿੱਥੇ ਪਰਮੇਸ਼ਵਰ ਦਾ ਘਰ ਹੀਗਾ, ਪਰਮੇਸ਼ਵਰ ਦੀ ਮੰਡਲੀ ਹੀ, ਪਰਮੇਸ਼ਵਰ ਦੇ ਲੋਕ ਹੀਗੇ, ਉੱਥੇ ਜਦੋਂ ਅਕਾਲ ਪੜਿਆ, ਉੱਥੇ ਜਦੋਂ ਉਹਨਾਂ ਦੀਆਂ ਕਮੀਆਂ ਘਟੀਆਂ ਪੂਰੀਆਂ ਨਹੀਂ ਹੋਈਆਂ ਤਾਂ ਦੂਸਰੇ ਦੇਸ਼ ਵਿੱਚ ਚਲ ਗਏ ਔਰ ਤਿੱਤਰ ਬਿੱਤਰ ਹੋ ਗਏ ਔਰ ਪਰਮੇਸ਼ਵਰ ਦੀ ਮੰਡਲੀ ਤੋਂ ਦੂਰ ਹੋ ਗਏ, ਪ੍ਰਾਰਥਨਾ ਤੋਂ ਦੂਰ ਹੋ ਗਏ ਔਰ ਪਰਮੇਸ਼ਵਰ ਦੀ ਹਜ਼ੂਰੀ ਤੋਂ ਦੂਰ ਹੋ ਗਏ। ਜਦੋਂ ਪਰਮੇਸ਼ਵਰ ਦੀ ਹਜ਼ੂਰੀਆਂ ਤੋਂ ਦੂਰ ਹੋ ਜਾਂਦੇ ਆ, ਉਦੋਂ ਸਾਡਾ ਜੀਵਨ ਕਿਸ ਤਰ੍ਹਾਂ ਹੁੰਦਾ ਵਾ? ਜਦੋਂ ਇਹ ਪਰਮੇਸ਼ਵਰ ਦੇ ਘਰ ਦੇ ਲਾਗੇ ਹੈਗੇ, ਜਦੋਂ ਇਹ ਪਰਮੇਸ਼ਵਰ ਦੀ ਮੰਡਲੀ ਵਿੱਚ ਜਾਂਦੇ ਹਾਂ, ਜਦੋਂ ਸਾਡੀ ਕੋਈ ਸਮੱਸਿਆ ਹੁੰਦੀ ਸੀ ਤਾਂ ਜਾ ਕੇ ਅਸੀਂ ਪਰਮੇਸ਼ਵਰ ਦੇ ਘਰ ਵਿੱਚ ਪ੍ਰਾਰਥਨਾ ਕਰਨੇ ਹਾਂ, ਆਪਣੇ ਭੈਣ ਔਰ ਭਰਾਵਾਂ ਨੂੰ ਦੱਸਣੇ ਹਾਂ ਜਿਹੜੇ ਪਰਮੇਸ਼ਵਰ ਦੇ ਵਿੱਚ ਸਾਡੇ ਭੈਣ ਤੇ ਭਰਾ ਵਾ। ਉਦੋਂ ਸਾਡੀ ਸਮੱਸਿਆ ਜਿੰਨੇ ਵੀ ਦੁੱਖ ਔਰ ਤਕਲੀਫਾਂ ਸੀ ਸਾਰੀਆਂ ਜਿਹੜੀਆਂ ਸੀ ਸੋਲਵ ਹੋ ਜਾਂਦੀਆਂ ਸੀ। ਪਰ ਹੁਣ ਅਸੀਂ ਪਰਮੇਸ਼ਵਰ ਕਮਾਉਣ ਵਾਸਤੇ ਜਦੋਂ ਪਰਮੇਸ਼ਵਰ ਦੇ ਘਰ ਨੂੰ ਛੱਡ ਕੇ, ਆਪਣੇ ਮਾਂ ਪਿਓ ਨੂੰ ਪਰਮੇਸ਼ਵਰ ਦੇ ਘਰ ਨੂੰ ਛੱਡ ਕੇ, ਕਈ ਲੋਕ ਜਿਹੜੇ ਆ ਬਹੁਤ ਹੀ ਅਲੱਗ-ਅਲੱਗ ਜਗ੍ਹਾ ਤੇ ਕਮਾਉਣ ਵਾਸਤੇ ਦੂਰ ਦੇਸ਼ ਵਿੱਚ ਚੱਲ ਜਾਂਦੇ ਆ, ਉਹਨਾਂ ਦਾ ਜੀਵਨ ਜਿਹੜਾ ਵਾ ਤਿੱਤਰ ਬਿੱਤਰ ਹੋ ਜਾਂਦਾ ਵਾ ਔਰ ਪਰਮੇਸ਼ਵਰ ਤੋਂ ਦੂਰ ਹੋ ਜਾਂਦੇ ਆ। ਫਿਰ ਉਹ ਆਪਣੀ ਕਮਾਈ ਵਿੱਚ ਲੱਗ ਜਾਂਦੇ ਆ। ਕਮਾਈ ਜਦੋਂ ਕਮਾਉਣ ਡੈ ਪੈਂਦੇ ਆ, ਬੜੇ ਪੈਸੇ ਮਿਲਦੇ ਆ ਉਹਨਾਂ ਨੂੰ ਔਰ ਬੜਾ ਇਨਾਮ ਉਹਨਾਂ ਦਾ ਹੁੰਦਾ ਵਗਾ, ਪਰ ਪਰਮੇਸ਼ਵਰ ਦੇ ਘਰ ਤੋਂ ਦੂਰ ਹੋ ਜਾਂਦੇ ਆ, ਪ੍ਰਾਰਥਨਾ ਤੋਂ ਦੂਰ ਹੋ ਜਾਂਦੇ ਆ ਔਰ ਪਰਮੇਸ਼ਵਰ ਦੇ ਘਰ ਵਿੱਚ ਜਿਹੜੇ ਭੈਣ ਭਰਾ ਹੈਗੇ ਉਹਨਾਂ ਤੋਂ ਵੀ ਦੂਰ ਹੋ ਜਾਂਦੇ ਆ। ਫਿਰ ਉਹਨਾਂ ਦੇ ਜੀਵਨਾਂ ਵਿੱਚ ਆ ਜਾਂਦੀਆਂ ਦੁੱਖ ਔਰ ਤਕਲੀਫਾਂ ਜਿਹੜੀਆਂ ਵਾ ਉਹਨਾਂ ਦੇ ਜੀਵਨਾਂ ਵਿੱਚ ਆ ਜਾਂਦੀਆਂ ਵਾ। वचन 2 ਵਿੱਚ ਲਿਖਿਆ ਵਾ, है मेरे भाइयों, जब तुम नाना प्रकार की परीक्षा में पढ़ो तो इसे पूरे आनंद की बात समझना। ਉਹ ਭੈਣ ਔਰ ਭਰਾਓ, ਯਾਕੂਬ ਆਖਣ ਡਿਆ ਵਾ, ਜਦੋਂ ਤੁਸੀਂ ਪਰਮੇਸ਼ਵਰ ਦੇ ਘਰ ਵਿੱਚੋਂ, ਜਦੋਂ ਪਰਮੇਸ਼ਵਰ ਦੀ ਹਜ਼ੂਰੀ ਤੋਂ ਕਮਾਉਣ ਵਾਸਤੇ ਜਾਂ ਕੁੱਖ ਤੁਹਾਨੂੰ ਚਾਹੀਦਾ ਵਾ, ਇਸ ਕਰਕੇ ਪਰਮੇਸ਼ਵਰ ਦੇ ਘਰ ਵਿੱਚੋਂ ਤੁਸੀਂ ਦੂਰ ਹੋ ਗਏ ਜੇ, ਪਰ ਉੱਥੇ ਤਾਂ ਤੁਹਾਨੂੰ ਪੈਸਾ ਧੇਲਾ ਸਭ ਕੁਝ ਮਿਲੂਗਾ, ਪਰ ਜਿਹੜਾ ਪਰਮੇਸ਼ਵਰ ਜਿਹੜੀ ਸ਼ਾਂਤੀ ਦਿੰਦਾ ਵਾ, ਜਿਹੜੀ ਉਹ ਖੁਸ਼ੀ ਦਿੰਦਾ ਵਾ, ਉਹ ਤੁਹਾਡੇ ਤੋਂ ਦੂਰ ਹੋ ਜਾਊਗੀ ਔਰ ਤੁਸੀਂ ਦੁੱਖ ਔਰ ਤਕਲੀਫਾਂ ਵਿੱਚ ਪੈ ਸਕਦੇ ਜੇ। ਜਦੋਂ ਲੋਕੀ ਦੁੱਖ ਔਰ ਤਕਲੀਫਾਂ ਵਿੱਚ ਪੈ ਜਾਂਦੇ ਆ, ਉਦੋਂ ਉਹਨਾਂ ਦਾ ਜੀਵਨ ਜਿਹੜਾ ਵਾ ਪੂਰਾ ਦਾ ਪੂਰਾ, ਕਈ ਲੋਕ ਸੋਚਦੇ ਰਹਿੰਦੇ ਆ ਕਿ ਅਸੀਂ ਪੈਸਾ ਔਰ ਧੇਲਾ ਬੜਾ ਹੀ ਕਮਾ ਲਿਆ ਵਗਾ,
पर परमेश्वर के घर विच अहीं नहीं जा सकते, ना ही अहीं बाइबल पढ़ सकने हैं और ना ही अहीं प्रार्थना करने वास्ते अपने टाइम नूं दे सकने हैं। अहीं तो दूर ते आ गए हैं, बड़े ही पैसे कमाउंडे हैं, पर अपने परमेश्वर तो जिहड़ा वा दूर हो गए हैं। जो परमेश्वर तो दूर हो जाता वा कोई इंसान, उन्हां दे जीवन जिहड़ा वा परीक्षा दे नाल भर जाता वा। परीक्षा उन्हां दियां ਇਹੋ चीज़ों के नाल हुंदियां वा जिहड़ी उन्हां को सहन तो भी बाहर हुंदियां वा। जो परीक्षा उन्हां दे जीवनां विच आ जांदियां वा, फिर उन्हां दे हालात जिहड़ा वा बिगड़न पैंदे आ। उन्हां दे शरीर उन्हां दा साथ नहीं दिंदा, उन्हां दा दिमाग भी उन्हां दा साथ नहीं दिंदा। फिर वो अपने जिथे ऑफिस विच रहिंदे आ उत्थे लोकां नूं दसदे रहिंदे आ साडे जीवनां विच ये समस्या वा, ये परीक्षा वा, इस तो मैं बाहर कितना निकला करके लोकां नूं पुछदे रहिंदे आ और दसदे रहिंदे आ, पर कोई भी उन्हां नूं कढ नहीं सकदा। पर जिहड़ा भी कोई उन्हां नूं दसूगा समस्या दा हल दे बारे विच, वो सिर्फ 5 मिनट या 10 मिनट तक दस के चल जूगा, पर समस्या भी उतरा रहिंदी आ। फिर अपना मूँह छोटा जा कर लेंदे आ, फिर रोण लै पैंदे आ, कल्ले कल्ले जदों हुंदे आ कि अहीं परीक्षा विच आ गए आगे, हुण अहीं इहदे विचों कितना बाहर निकलीए करके रोंदे रहिंदे आगे। फिर अपने घर वालियां नूं फोन करके दसदे आगे कि अहीं ये परीक्षा विच पए आगे, साडियां दुख और तकलीफां जिहड़ियां वधदियां जांदियां वा, पैसे ते साडे कोल बहुत आगे, पर सानूं शांति नहीं है करके वो खुद भी परेशान हुंदे आ और दूसरियां नूं भी परेशान करते रहंदे आ। ओ भैणों और भराओ, जो परमेश्वर दे घर दे लागे हाँ उदों साडा जीवन किस तरह है, जो अहीं परमेश्वर नूं नवां पाया ही और जानिया ही, उदों साडा जीवन किस तरह का हैगा। उदों जो दुख और तकलीफ होंदी ही, उदों अहीं प्रार्थना करने हाँ और समस्या दे विचों बाहर निकलने हाँ। पर हुण जदों अहीं कमाउण वास्ते परमेश्वर के घर नूं छड्ड के, अपने घर वालियां नूं छड्ड के जदों बाहर आ गए हाँ, तो साडा जीवन जिहड़ा वा दुख और तकलीफां विच भर जांदा वा। पर वचन विच लिखिया वागा कि जदों दुख और तकलीफां तुहाडे जीवनां विच आउंदियां वा, इनू पूरे आनंद की गल, इनू बड़ी खुशी की गल समझियो, ताकि तुही ये परीक्षा में जो पार करोगे तो यदा मतलब ये आ कि तुहाडे जीवन में धीरज आऊगा, और धीरज के नाल इतना की होगा, परमेश्वर की महिमा होगी। परमेश्वर साडे जीवन में दुख और तकलीफें इस करके लैके आउंदा वा ताकि सानू वो सही राह विच लैके जा सके और सही राह सानू दिखा सके। कई लोग की सोचते आ मैं परमेश्वर दे नाल बड़ा जुड़िया आवागा, प्रार्थना करना वा और मंडली में आउना वागा, पर फिर भी मेरे जीवन में दुख और तकलीफां जड़ियां वा दूर ही नहीं हुंदियां। पर वचन विच लिखिया वा कि इंसान दे अंदर जड़े दुख और तकलीफां परमेश्वर नहीं लैके आउंदा, परमेश्वर नहीं लैके आउंदा, पर इंसान दे जड़े जड़े काम हुंदे आ, उन्हां दे कम्मां दे कारण ही वो अपनी तकलीफां और दुखां नूं अपने जीवन विच लैके आ जांदे आ। अज परमेश्वर आनू पुछण दिया वा, जे तुसीं भी इहो जी दुख और तकलीफां विच गुजरन डे जे, लोकां नूं दस के रोण डे जे, लोकां नूं कहण डे जे कि सानू इहदे विचों बाहर कड्डो, तां अज परमेश्वर आडे नाल गल करन दिया वा। ओह आखण दिया वा जिस तरह दी भी कोई भी दुख और तकलीफ क्यों ना होए, लोकां नूं छड्ड दो दसना, बस मैनू दसो, मैं तुहानूं इहदे विचों बाहर कड्डूंगा। जिहड़ी ये तुहाडी दुख और तकलीफ तुसीं सोचदे जे कि परमेश्वर ने मैनू दित्ती आ, ये मैं नहीं दित्ती, तुहाडे कम्मां दे कारण ही ये तुसीं खुद अपने ही जाल विच फस के अपनी दुख तकलीफां विच तुसीं आ गए जे। जे दुख और तकलीफां दे विचों बाहर निकलना वा तो परमेश्वर दे उत्ते विश्वास करना पऊगा, फिर तो परमेश्वर दे घर विच वापस आना पऊगा, फिर तो प्रार्थना विच बहना पऊगा, फिर तो ओदी हजूरी विच आना पऊगा, फिर तो अपने आप नूं जिस तरह जवे नवें जो परमेश्वर दे विच ही तुसीं हुण जो नवें जो परमेश्वर दे विच ही उदों किस तरह दे ही गए, हुण भी तुहानूं उस तरह दा फिर तो बनना पऊगा। फिर परमेश्वर तुहाडी प्रार्थना जो उदों सुनदा हैगा, ओही परमेश्वर अज भी ओही परमेश्वर आ, ओही तुहाडी प्रार्थना अज भी सुनूगा और तुहानूं उत्थों बाहर कड्डूगा। परीक्षा नूं हमेशा खुशी की गल मनो। जिहड़ा कोई परमेश्वर दे उत्ते विश्वास रखदा वगा, ਉਹਦਾ जीवन ਜਿਹੜਾ ਵਾ सौखा नहीं ਹੁੰਦਾ, बड़ा ही औखा ਹੁੰਦਾ ਵਗਾ। ਜਿਹੜੇ 12 ਚੇਲੇ ਹੀਗੇ ਉਹਨਾਂ ਦਾ जीवन भी बड़ा ही
ਔਖਾ ਹੈਗਾ, ਪਰ ਉਹਨਾਂ ਨੇ ਖੁਸ਼ੀ ਪਰਮੇਸ਼ਵਰ ਦੇ ਕੰਮ ਨੂੰ ਕੀਤਾ, ਕਿਉਂਕਿ ਅਸੀਂ ਪਰਮੇਸ਼ਵਰ ਦਾ ਕੰਮ ਕਰਨ ਡੇ ਹਾਂ। ਜਦੋਂ ਪੌਲੁਸ ਔਰ ਸਿਲਾਸ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਹੈਗਾ, ਉਦੋਂ ਉਹਨਾਂ ਦੇ ਜੀਵਨ ਵਿੱਚ ਵੀ ਇੱਕ ਤਕਲੀਫਾਂ ਦਾ ਜੀਵਨ ਹੈਗਾ, ਪਰੀक्षा ਦਾ ਸਮੇਂ ਹੈਗਾ, ਪਰ ਉਹਨਾਂ ਨੇ ਉਹ ਪਰੀक्षा ਵਿੱਚ ਰਹਿ ਕੇ ਵੀ ਪਰਮੇਸ਼ਵਰ ਦੇ ਗਾਣੇ ਗਾਏ ਔਰ ਉੱਥੋਂ ਪਰਮੇਸ਼ਵਰ ਨੇ ਉਹਨਾਂ ਨੂੰ ਬਾਹਰ ਕੱਢਿਆ। ਜੇ ਤੁਸੀਂ ਵੀ ਦੁੱਖ ਔਰ ਤਕਲੀਫਾਂ ਵਿੱਚ ਹੋ ਤੇ ਅੱਜ ਪਰਮੇਸ਼ਵਰ ਦੀ ਫਿਰ ਤੁਹਾਨੂੰ ਵੀ ਉਤਰਾ ਹੀ ਮਹਿਮਾ ਕਰਨੀ ਪਊਗੀ ਜਿਸ ਤਰ੍ਹਾਂ ਸਿਲਾਸ ਨੇ ਔਰ ਪੌਲੁਸ ਨੇ ਜੇਲ੍ਹ ਵਿੱਚ ਰਹਿ ਕੇ ਕੀਤੀ ਸੀਗੀ। ਜਦੋਂ ਤੁਹਾਡੇ ਵਿੱਚ ਜੀਵਨਾਂ ਵਿੱਚ ਦੁੱਖ ਔਰ ਤਕਲੀਫਾਂ ਹੁੰਦੀਆਂ ਵਾ ਤੇ ਤੁਸੀਂ ਕੀ ਕਰਦੇ ਜੇ? ਲੋਕਾਂ ਨੂੰ ਜਾ ਕੇ ਦੱਸਦੇ ਜੇ, ਲੋਕਾਂ ਨੂੰ ਦੱਸ ਕੇ ਉਹਨਾਂ ਨੂੰ ਕਹਿੰਦੇ ਜੇ ਕਿ ਸਾਨੂੰ ਇਸ ਸਮੱਸਿਆ ਵਿੱਚੋਂ ਬਾਹਰ ਕੱਢੋ। ਲੋਕਾਂ ਨੂੰ ਦੱਸ ਕੇ खुद भी परेशान ਵਿੱਚ ਪੈਂਦੇ ਜੇ ਔਰ ਦੂਸਰਿਆਂ ਨੂੰ ਵੀ ਪਰੇਸ਼ਾਨੀ ਵਿੱਚ ਪਾਉਂਦੇ ਜੇ। ਇਸ ਕਰਕੇ ਪਰਮੇਸ਼ਵਰ ਆਖਣ ਡਿਆ ਵਾ, ਮੈਨੂੰ ਆ ਕੇ ਦੱਸੋ, ਮੈਂ ਤੁਹਾਨੂੰ ਉਹਦੇ ਵਿੱਚੋਂ ਬਾਹਰ ਕੱਢੂੰਗਾ। ਉਹ ਭੈਣੋ ਔਰ ਭਰਾਓ, ਅੱਜ ਤੁਹਾਡਾ ਜੀਵਨ ਕਿਸ ਤਰ੍ਹਾਂ ਦਾ ਵਾ? ਜੇ ਪਰਮੇਸ਼ਵਰ ਤੋਂ ਦੂਰ ਹੋ ਕੇ ਜੇ ਤੁਸੀਂ ਵੀ ਦੁੱਖ ਔਰ ਤਕਲੀਫਾਂ ਵਿੱਚ ਜੇ ਤੇ ਅੱਜ ਪਰਮੇਸ਼ਵਰ ਤੁਹਾਨੂੰ ਬੁਲਾਉਣ ਡਿਆ ਵਾ। ਉਹ ਆਖਣ ਡਿਆ ਵਾ, ਮੇਰੇ ਕੋਲ ਆਓ, ਇਹ ਦੁੱਖ ਔਰ ਤਕਲੀਫਾਂ ਵਿੱਚੋਂ ਮੈਂ ਤੁਹਾਨੂੰ ਬਾਹਰ ਕੱਢੂੰਗਾ। ਔਰ ਦੁੱਖ ਔਰ ਤਕਲੀਫਾਂ ਵਿੱਚੋਂ ਜਦੋਂ ਤੁਸੀਂ ਬਾਹਰ ਨਿਕਲ ਜਾਓਗੇ ਉਦੋਂ ਪਰਮੇਸ਼ਵਰ ਜਿਹੜਾ ਵਾ ਤੁਹਾਨੂੰ ਜੀਵਨ ਦਾ ਮੁਕਟ ਦਊਗਾ। ਪਰ ਇਹ ਪਰੀक्षा ਨੂੰ ਸਾਨੂੰ ਪਾਰ ਕਰਨਾ ਪਊਗਾ। ਇਹ ਪਰੀक्षा ਨੂੰ ਪਾਰ ਕਿਸ ਤਰ੍ਹਾਂ ਕਰਨਾ ਵਾਗਾ? ਜਦੋਂ ਅਸੀਂ ਮਸੀਹ ਦੇ ਨਾਲ ਜੁੜੇ ਰਵਾਂਗੇ। ਪਰਮੇਸ਼ਵਰ ਆਪਣੇ ਵਚਨ ਵਿੱਚ ਆਖਣ ਡਿਆ ਵਾ, ਜਿਹਨੂੰ ਬੁੱਧੀ ਦੀ ਘਟੀ ਆ ਗਈ ਮੈਨੂੰ ਆ ਕੇ ਮੰਗੇ, ਮੈਂ ਉਹਨੂੰ ਦਊਂਗਾ ਗਿਆਨ ਤੇ ਬੁੱਧੀ, ਉਹਨੂੰ ਮੈਂ ਦਊਂਗਾ ਔਰ ਆਪਣਾ ਗਿਆਨ ਦਊਂਗਾ, ਉਹਨੂੰ ਦੱਸੂੰਗਾ ਕਿ ਕਿਸ ਤਰ੍ਹਾਂ ਚੱਲਣਾ ਵਾਗਾ। ਗਿਆਨ ਜਿਹੜੇ ਆ ਦੋ ਤਰੀਕੇ ਦੇ ਹੁੰਦੇ ਆ, ਇੱਕ ਤੇ ਜਿਹੜਾ ਵਾ ਸਰੀਰਿਕ ਗਿਆਨ ਹੁੰਦਾ ਵਾ ਔਰ ਦੂਸਰਾ ਜਿਹੜਾ ਵਾ ਆਤਮਾ ਦਾ ਗਿਆਨ ਹੁੰਦਾ ਵਾ। ਜਿਹੜਾ ਸਰੀਰ ਦਾ ਗਿਆਨ ਹੁੰਦਾ ਵਾ ਇਹ ਕਿਸ ਤਰ੍ਹਾਂ ਦਾ ਹੁੰਦਾ ਵਾ? ਸਰੀਰ ਦਾ ਜਿਹੜਾ ਗਿਆਨ ਹੁੰਦਾ ਵਾ ਇਹ ਬੜਾ ਹੀ ਲਾਲਚੀ ਹੁੰਦਾ ਵਾਗਾ। ਸਰੀਰ ਦਾ ਜਿਹੜਾ ਗਿਆਨ ਹੁੰਦਾ ਵਾ ਇਹ ਲੋਕਾਂ ਨੂੰ ਜਦੋਂ ਲੋਕੀ ਬੜੇ ਹੀ ਉਚਾਈਆਂ ਨੂੰ ਛੂੰਹਦੇ ਰਹਿੰਦੇ ਆ, ਉਹਨਾਂ ਨੂੰ ਵੇਖ ਕੇ ਬਰਦਾਸ਼ਤ ਨਹੀਂ ਕਰ ਸਕਦਾ। ਜਦੋਂ ਲੋਕੀ ਅੱਗੇ ਵਧਣ ਡੈ ਪੈਂਦੇ ਆ, ਇਹਨਾਂ ਲੋਕਾਂ ਨੂੰ ਵੇਖ ਕੇ ਬਰਦਾਸ਼ਤ ਨਹੀਂ ਕਰ ਸਕਦਾ। ਉਹਨਾਂ ਦੇ ਲੋਕਾਂ ਦੇ ਵਿੱਚ ਰੋੜਾ ਬਣ ਕੇ ਬਹਿ ਜਾਊਗਾ। ਇਹ ਜਿਹੜਾ ਗਿਆਨ ਹੈਗਾ, ਜਿਹੜਾ ਸਰੀਰਿਕ ਗਿਆਨ ਹੈਗਾ, ਇਹ ਕਦੀ ਵੀ ਕਿਸੇ ਨੂੰ ਵੱਧਦੇ ਨਹੀਂ ਵੇਖ ਸਕਦਾ। ਇਹ ਸਰੀਰ ਦਾ ਗਿਆਨ ਹੈਗਾ, ਉਹਨੂੰ ਕਿਸ ਤਰ੍ਹਾਂ ਵੀ ਕਰਕੇ ਦਬਾ ਕੇ ਇਹ ਉੱਤੇ ਆਉਣ ਦੀ ਕੋਸ਼ਿਸ਼ ਕਰੂਗਾ। ਇਹ ਜਿਹੜਾ ਵਾ ਸਰੀਰ ਦਾ ਗਿਆਨ ਹੈਗਾ। ਸਰੀਰ ਦਾ ਗਿਆਨ ਜਿਹੜਾ ਇਹੋ ਜਿਹਾ ਹੁੰਦਾ ਵਾਗਾ, ਇਹ ਖੁਦ ਆਪਣੇ ਬਾਰੇ ਵਿੱਚ ਸੋਚੂਗਾ, ਸਿਰਫ ਮੈਂ ਹੀ ਉੱਚਾ ਰਵਾਂ ਹੋਰ ਸਾਰੇ ਮੇਰੇ ਥੱਲੇ ਲੈਣ। ਇਹ ਜਿਹੜਾ ਵਾ ਸਰੀਰ ਦਾ ਗਿਆਨ ਆ, ਇਹ ਕਿਸੇ ਨੂੰ ਵੀ ਘਾਤ ਕਰ ਸਕਦਾ ਵਾ, ਇਹ ਕਿਸੇ ਦੀ ਵੀ ਜ਼ਿੰਦਗੀ ਬਰਬਾਦ ਕਰ ਸਕਦਾ ਵਾ। ਇਹਨੂੰ ਕੋਈ ਫਰਕ ਪੈਂਦਾ ਹੀ ਨਹੀਂ ਹੈਗਾ। ਪਰ ਜਿਹੜਾ ਆਤਮਾ ਦਾ ਗਿਆਨ ਹੁੰਦਾ ਵਾ ਇਹ ਇਹੋ ਜਿਹਾ ਗਿਆਨ ਹੁੰਦਾ ਵਾ, ਇਹ ਦੂਸਰਿਆਂ ਦੇ ਬਾਰੇ ਵਿੱਚ ਸੋਚਦਾ ਵਾ। ਜਦੋਂ ਕੋਈ ਆ ਕੇ ਉਹਦੇ ਲਾਗੇ ਕੋਈ ਗਾਲ ਵੀ ਦੇ ਕੇ ਚਲ ਜੇ ਫਿਰ ਵੀ ਉਹਦੇ ਵਾਸਤੇ ਉਹ ਪ੍ਰਾਰਥਨਾ ਕਰਦਾ ਵਾ। ਜੇ ਕੋਈ ਉੱਚਾ ਜਿਹੜਾ ਬੜਾ ਪਿਆਹਿਆਂ ਵਾਲੇ ਵੀ ਬਣ ਜਾਂਦੇ ਹੈਗੇ ਤਾਂ ਉਹਨਾਂ ਨੂੰ ਵੇਖ ਕੇ ਇਹ ਜਿਹੜਾ ਆਤਮਾ ਦਾ ਗਿਆਨ ਹੁੰਦਾ ਵਾ ਇਹ ਉਹਨਾਂ ਨੂੰ ਵੇਖ ਕੇ ਸੜਦਾ ਨਹੀਂ ਆ, ਪਰ ਪ੍ਰਾਰਥਨਾ ਕਰਦਾ ਵਾ ਕਿ ਪਰਮੇਸ਼ਵਰ ਮੈਨੂੰ ਵੀ ਇੱਕ ਦਿਨ ਉਹਦੇ ਵਰਗਾ ਬਣਾਈ ਜੇ ਤੁਹਾਡੀ ਮਰਜ਼ੀ ਆ। ਤੇ ਆਤਮਾ ਦਾ ਗਿਆਨ ਕਿਹੋ ਜਿਹਾ ਹੁੰਦਾ ਵਾ? ਇਹ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਦਾ। ਇਹ ਤੇ ਪਰੇਸ਼ਾਨੀਆਂ ਵਿੱਚ ਜਿਹੜੇ ਰਹਿੰਦੇ ਆ ਉਹਨਾਂ ਦੇ ਵਿੱਚੋਂ ਵੀ ਉਹਨਾਂ ਨੂੰ ਵੀ ਬਾਹਰ ਕੱਢਦਾ ਵਾ ਔਰ ਖੁਦ ਵੀ ਆਪਣੇ ਆਪ ਦੇ ਵਿੱਚੋਂ ਬਾਹਰ ਆਉਂਦਾ ਵਾਗਾ। ਆਤਮਾ ਦਾ ਗਿਆਨ ਇਹ ਹੁੰਦਾ ਵਾ। ਉਹ ਭੈਣ ਔਰ ਭਰਾਓ, ਜਿਹੜੀ ਚੀਜ਼ ਜਿਹੜਾ ਸਰੀਰ ਦਾ ਗਿਆਨ ਹੈਗਾ ਇਹ ਤੇ ਲੋਕਾਂ ਕੋ ਵਾਹ ਚਾਹੁੰਦਾ ਵਾਗਾ, ਪਰ ਜਿਹੜਾ ਆਤਮਾ ਦਾ ਗਿਆਨ ਹੈਗਾ ਇਹ ਵਾਹ ਨਹੀਂ ਚਾਹੁੰਦਾ, ਇਹ ਤੇ ਸਾਰਿਆਂ ਦਾ ਭਲਾ ਕਰਦਾ ਵਾ। ਪਰਮੇਸ਼ਵਰ ਆਖਣ ਡਿਆ ਵਾ ਕਿ ਅੱਜ ਤੁਹਾਨੂੰ ਕਿਹੋ ਜਿਹਾ ਗਿਆਨ ਚਾਹੀਦਾ ਵਾ? ਕਈ ਲੋਕ ਹੈਗੇ ਜਿਹੜੇ ਵਿਸ਼ਵਾਸੀਆਂ ਨੂੰ ਧੋਖਾ ਦਿੰਦੇ ਰਹਿੰਦੇ ਆ। ਜਦੋਂ ਅਸੀਂ ਮਸੀਹ ਵਿੱਚ ਆ ਜਾਂਦੇ ਆ ਤੇ ਸਾਡਾ ਜੀਵਨ ਜਿਹੜਾ ਵਾ ਪਿਆਰ ਦੇ ਨਾਲ ਭਰ ਜਾਂਦਾ ਵਾ। ਕਦੀ ਕਦੀ ਇਹ ਪਿਆਰ ਦਾ ਗਲਤ ਫਾਇਦਾ ਉਠਾ ਕੇ ਲੋਕੀ ਜਿਹੜਾ ਵਾ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ, ਇਹਦਾ ਗਲਤ ਇਸਤੇਮਾਲ ਵੀ ਕਰਦੇ ਆ। ਪਰ ਪਰਮੇਸ਼ਵਰ ਆਖਣ ਡਿਆ ਵਾ, ਮੈਂ ਤੁਹਾਨੂੰ ਬੁੱਧੀ ਔਰ ਗਿਆਨ ਦੇ ਨਾਲ ਭਰੂੰਗਾ, ਉਹ ਜਿਹਾ ਗਿਆਨ ਦਊਂਗਾ ਕਿ ਕੋਈ ਵੀ ਜਿਹੜੇ ਪਰਮੇਸ਼ਵਰ ਦੇ ਲੋਕ ਹੁੰਦੇ ਹੈਗੇ ਉਹਨਾਂ ਨੂੰ ਕੋਈ ਵੀ ਉਹਨਾਂ ਦੇ ਜਿਹੜਾ ਮਸੀਹ ਦਾ ਪਿਆਰ ਹੈਗਾ ਇਹਦਾ ਕੋਈ ਗਲਤ ਫਾਇਦਾ ਨਾ ਚੁੱਕੂਗਾ, ਉਹਨੂੰ ਹਮੇਸ਼ਾ ਹੀ ਆਦਰ ਕਰੂਗਾ। ਉਹ ਭੈਣ ਔਰ ਭਰਾਓ, ਕਈ ਲੋਕੀ
ਜਿਹੜੇ ਹੈਗੇ ਪ੍ਰਭੂ ਵਿੱਚ ਆ ਜਾਂਦੇ ਹੈਗੇ। ਜਦੋਂ ਨਵੇਂ ਪ੍ਰਭੂ ਵਿੱਚ ਆ ਜਾਂਦੇ ਆ ਔਰ ਪੁਰਾਣੇ ਵੀ ਹੋ ਜਾਂਦੇ ਆ ਪਰ ਪ੍ਰਭੂ ਵਿੱਚ ਰਹਿੰਦੇ ਆ। ਪਰ ਕਦੀ ਲੋਕੀ ਜਿਹੜਾ ਵਾ ਉਹਨਾਂ ਦਾ ਗਲਤ ਇਸਤੇਮਾਲ ਕਰਦੇ ਆ। ਇਹਨੂੰ ਮੈਂ ਗਾਲ ਕੱਢ ਦਿੱਤੀ ਤੇ ਇਹਨੇ ਮੈਨੂੰ ਨਹੀਂ ਗਾਲ ਕੱਢਣੀ ਕਿਉਂਕਿ ਪ੍ਰਭੂ ਦਾ ਵਾਗਾ। ਇਹਨੂੰ ਜੇ ਮੈਂ ਚਪੇੜ ਵੀ ਮਾਰ ਦਿੱਤੀ ਤੇ ਇਹਨੇ ਮੈਨੂੰ ਕੁਛ ਵੀ ਨਹੀਂ ਕਹਿਣਾ ਕਿਉਂਕਿ ਪ੍ਰਭੂ ਦਾ ਦਾਸ ਹੈਗਾ। ਔਰ ਲੋਕੀ ਜੇ ਮੈਂ ਇਹਨੂੰ ਬਦਨਾਮੀ ਵੀ ਕਰ ਦੂੰਗਾ ਫਿਰ ਵੀ ਇਹਨੇ ਮੈਨੂੰ ਕੁਛ ਨਹੀਂ ਕਹਿਣਾ ਕਿਉਂਕਿ ਇਹ ਤਾਂ ਪ੍ਰਭੂ ਵਿੱਚ ਹੈਗਾ। ਕਦੀ ਇਹੋ ਜਿਹੀਆਂ ਚੀਜ਼ਾਂ ਦਾ ਬੜਾ ਹੀ ਫਾਇਦਾ ਲੋਕ ਚੁੱਕਦੇ ਰਹਿੰਦੇ ਆ ਮਸੀਹ ਦੇ ਲੋਕਾਂ ਦਾ, ਕਿਉਂਕਿ ਉਹ ਮਸੀਹ ਦੇ ਲੋਕ ਜਿਹੜੇ ਆ ਪਰਮੇਸ਼ਵਰ ਦਾ ਪਿਆਰ ਵਿਖਾਲਦੇ ਰਹਿੰਦੇ ਹੈਗੇ। ਪਰ ਮਸੀਹ ਆਖਣ ਡਿਆ ਵਾ ਮੈਂ ਤੁਹਾਨੂੰ ਬੁੱਧੀ ਔਰ ਗਿਆਨ ਦੇ ਨਾਲ ਭਰੂੰਗਾ, ਆਪਣੀ ਆਤਮਾ ਗਿਆਨ ਦਊਂਗਾ। ਇਹੋ ਜਿਹੇ ਲੋਕਾਂ ਕੋ ਕਿਤਨਾ ਬਚਣਾ ਵਾ ਮੈਂ ਤੁਹਾਨੂੰ ਸਿਖਾਊਂਗਾ ਔਰ ਤੁਸੀਂ ਮੇਰੇ को ਮੰਗੋ ਔਰ ਮੈਂ ਤੁਹਾਨੂੰ ਦਊਂਗਾ। ਉਹ ਭੈਣੋ ਔਰ ਭਰਾਓ, ਕਈ ਲੋਕਾਂ ਦੀ ਆਦਤ ਹੁੰਦੀ ਹੈਗੀ ਜਦੋਂ ਵਚਨ ਬੋਲਿਆ ਜਾਏ ਤਾਂ ਵਚਨ ਨੂੰ ਨਹੀਂ ਸੁਣਦੇ। ਵਚਨ ਨੂੰ ਨਹੀਂ ਸੁਣ ਕੇ ਫਿਰ ਉੱਠ ਕੇ ਕਹਿੰਦੇ ਆ ਮੈਂ ਵੀ ਵਚਨ ਬੋਲੂੰਗਾ, ਮੈਂ ਵੀ ਵਚਨ ਬੋਲੂੰਗਾ। ਕਈ ਲੋਕਾਂ ਦੀ ਇਹੋ ਜਿਹੀ ਆਦਤ ਹੁੰਦੀ ਆ ਕਿ ਵਚਨ ਚੱਲਦਾ ਰਹਿੰਦਾ ਵਾ ਵਿੱਚ ਟੋਕਣ ਦੀ ਆਦਤ ਹੁੰਦੀ ਹੈਗੀ। ਉਹ ਭੈਣੋ ਔਰ ਭਰਾਓ, ਜਦੋਂ ਇਹੋ ਜਿਹੇ ਲੋਕ ਜਿਹੜੇ ਵਚਨ ਬੋਲਦੇ ਵਿੱਚ ਆ ਕੇ ਟੋਕਦੇ ਆ ਕਿ ਮੈਂ ਵੀ ਵਚਨ ਬੋਲੂੰਗਾ, ਇਹ ਵਚਨ ਇਸ ਕਰਕੇ ਨਹੀਂ ਬੋਲਦੇ ਕਿ ਪਰਮੇਸ਼ਵਰ ਦੀ ਮਹਿਮਾ ਕरें ਔਰ ਲੋਕਾਂ ਨੂੰ ਪਰਮੇਸ਼ਵਰ ਦੇ ਵਿੱਚ ਚਲਾਵਾਂ ਔਰ ਬਾਈਬਲ ਦੀਆਂ ਸੱਚੀਆਂ ਗੱਲਾਂ ਦੱਸੇ। ਇਹ ਇਸ ਕਰਕੇ ਬੋਲਦੇ ਆ ਕਿਉਂਕਿ ਉਹ ਬੋਲਣ ਡਿਆ ਵਾ ਤੇ ਮੈਂ ਵੀ ਬੋਲੂੰਗਾ, ਮੈਂ ਵੀ ਕਰੂੰਗਾ। ਉਹ ਭੈਣੋ ਔਰ ਭਰਾਓ, ਇਹੋ ਜਿਹੇ ਲੋਕ ਜਿਹੜੇ ਆ ਜਦੋਂ ਬਾਹਰ ਜਾਂਦੇ ਆ, ਜਦੋਂ ਜੀਣ ਵਾਸਤੇ ਦੁਨੀਆ ਵਿੱਚ ਜਾਂਦੇ ਆ, ਦੁਨੀਆਦਾਰੀ ਵਿੱਚ ਜਾਂਦੇ ਆ ਤਾਂ ਉਦੋਂ ਉਹਨਾਂ ਦੇ ਜਦੋਂ ਉਹਨਾਂ ਦੇ ਜੀਵਨਾਂ ਵਿੱਚ ਪਰੀਖਿਆ ਆ ਜਾਂਦੀ ਆ ਤਾਂ ਉਹ ਪਰੀਖਿਆ ਵਿੱਚ ਫਸ ਜਾਂਦੇ ਆ ਔਰ ਉੱਥੋਂ ਫਿਰ ਬਾਹਰ ਨਹੀਂ ਨਿਕਲ ਸਕਦੇ। ਕਾਰਨ ਕੀ ਹੈਗਾ? ਕਿਉਂਕਿ ਵਚਨ ਦੇ ਉੱਤੇ ਉਹਨਾਂ ਨੇ ਧਿਆਨ ਨਹੀਂ ਦਿੱਤਾ। ਜਿਹੜਾ ਬੋਲਣ ਡਿਆ ਸੀ ਉਹਨਾਂ ਨੂੰ ਵੀ ਰੋਕਿਆ ਔਰ ਖੁਦ ਉਹਨਾਂ ਨੇ ਕਿਹਾ ਮੈਂ ਵੀ ਬੋਲੂੰਗਾ। ਉਹ ਭੈਣੋ ਔਰ ਭਰਾਓ, ਜਿਹੇ ਵਚਨ ਵਿੱਚ ਵਚਨ ਨੂੰ ਜੇ ਸੁਣਾਂਗੇ ਸਹੀ ਤਰ੍ਹਾਂ ਤੇ ਜੇ ਸੁਣਾਂਗੇ ਤਾਂ ਸਾਡੇ ਜੀਵਨਾਂ ਵਿੱਚ ਕੰਮ ਕਰੂਗਾ ਵਚਨ। ਜਦੋਂ ਸਾਡੇ ਜੀਵਨ ਵਿੱਚ ਕੰਮ ਕਰੂਗਾ ਵਚਨ ਤਾਂ ਜਦੋਂ ਬਾਹਰ ਜਾਵਾਂਗੇ ਤੁਹਾਡੀ ਪਰੀਖਿਆ ਵਿੱਚ ਵੀ ਸਾਡੀ ਸਹਾਇਤਾ ਤੇ ਮਦਦ ਕਰੂਗਾ ਔਰ ਸਾਨੂੰ ਦੱਸੂਗਾ ਕਿ ਸਹੀ ਰਾਹ ਕਿਸ ਤਰ੍ਹਾਂ ਦਾ ਵਾਗਾ। ਜਦੋਂ ਕੋਈ ਵਚਨ ਬੋਲਣ ਡਿਆ ਵਾ ਉਹਦੇ ਵਚਨ ਹੀ ਨਹੀਂ ਸੁਣਨੇ, ਆਪਣੇ ਕੰਨ ਵਿੱਚ ਸੁਣ ਕੇ ਇਹ ਕੰਨ ਵਿੱਚੋਂ ਸੁਣ ਕੇ ਇਹ ਕੰਨ ਵਿੱਚ ਜਦੋਂ ਛੱਡ ਦਾਂਗੇ ਤਾਂ ਜਦੋਂ ਸਾਡੇ ਪਰੀਖਿਆ ਦਾ ਸਮੇਂ ਆਊਗਾ ਤਾਂ ਹੀ ਉਹਦੇ ਵਿੱਚ ਫਸ ਜਾਵਾਂਗੇ ਔਰ ਗਿਰ ਜਾਵਾਂਗੇ ਔਰ ਫਿਰ ਸਾਡਾ ਜੀਵਨ ਜਿਹੜਾ ਵਾ ਸ਼ੈਤਾਨ ਦੇ ਹੱਥ ਵਿੱਚ ਚਲ ਜਾਊਗਾ। ਇੱਥੇ ਯਾਕੂਬ ਦੀ ਪੱਤਰੀ 1 ਅਧਿਆਇ ਔਰ ਉਹਦੇ 23 वचन ਵਿੱਚ लिखा क्योंकि जो कोई वचन को सुनने वाला हो उस पर चलने वाला ना हो तो वह उस पर उसके समान है जो अपना स्वभाव में मुंह दर्पण में देखता है। हे भाई और बहनों, जो वचन को नहीं सुनता है और ਜਿਹੜਾ वचन ਨੂੰ नहीं सुनता और ना ही ਉਹਦੇ ਉੱਤੇ ਚੱਲਦਾ ਵਾਗਾ, ਜਦੋਂ ਆਪਣਾ ਮੂੰਹ ਵੇਂਦਾ ਵਾ ਤਾਂ ਉਹਨੂੰ ਉਹ ਹੀ ਦਿਖਾਈ ਦਿੰਦਾ ਵਾ ਜੋ ਉਹ ਖੁਦ ਹੈਗਾ। पर जो वचन पढ़ूगा, जो वचन सुनूगा, जो अपना मुँह वेखूगा तो उन्होंने दिखूगा कि तेरे विच किन्नियां गलतियां आ गया और किन्नियां खामियां वा। परमेश्वर जिहड़ा वा सानू स्थिर करना चाहुंदा वा, परमेश्वर सानू स्ट्रॉन्ग करना चाहुंदा वा, परमेश्वर सानू तैयार करना चाहुंदा वा कि जो परीक्षा की कड़ी आउंदी आ तो उहदे विचों ही जित पाईए। जो सानू कोई इस्तेमाल करदा वागा उदों ही कितना ਉਹਦੇ को बचना वा परमेश्वर ਉਹ ਚਾਹੁੰਦਾ ਵਾ। परमेश्वर ਚਾਹੁੰਦਾ ਵਾਗਾ ਕਿ ਜਿਹੜੇ ਉਹਦੇ ਨਿਆਣੇ ਹੈਗੇ ਜਦੋਂ ਕੋਈ ਵਚਨ ਸੁਣਾਏ ਤਾਂ ਉਹਨੂੰ ਉੱਥੇ ਧਿਆਨ ਦੇ ਨਾਲ ਸੁਣੇ ਔਰ ਸਿੱਖੇ। ਜਦੋਂ ਸਿੱਖੇ ਤਾਂ ਆਪਣੇ ਮਨ ਵਿੱਚ ਰੱਖੇ ਔਰ ਜਦੋਂ ਉਹ ਬਾਹਰ ਜਾਏ ਤਾਂ ਉਦੋਂ ਪਰਮੇਸ਼ਵਰ ਦੀ ਉਹ ਮਹਿਮਾ ਕਰੇ। ਉਹ ਭੈਣ ਔਰ ਭਰਾਓ, ਕਿੰਨੇ ਲੋਕ ਹੈਗੇ ਜਿਹੜੇ ਪਰਮੇਸ਼ਵਰ ਦੇ ਘਰ ਵਿੱਚੋਂ ਦੂਰ ਹੋ ਚੁੱਕੇ ਹੈਗੇ, दूर दूर देश ਵਿੱਚ तितर बितर हो के ਰਹਿਣ ਡੈ ਪਏ ਆ ਔਰ ਬਾਈਬਲ नहीं पढ़ते, प्रार्थना नहीं करते और परमेश्वर के घर ਵਿੱਚ भी नहीं जाते और अपने जीवन ਵਿੱਚ परीक्षा ਵਿੱਚ आ के रोन डे आगे और लोगों ਨੂੰ दस के रोंदे आ कि ਅਸੀਂ परमेश्वर के घर ਨੂੰ ਛੱਡ ਦਿੱਤਾ और ਸਾਡੇ ਜੀਵਨਾਂ ਵਿੱਚ बस ਪੈਸਾ ਹੀ ਵਾ पर आशीष ਤੇ है ही नहीं आ। तो ਅੱਜ परमेश्वर ਬੁਲਾਉਣ ਡਿਆ ਵਾ कि मेरे घर ਵੱਲ ਵੇਖੋ, मेरे ਵੱਲ ਵੇਖੋ, बाइबल ਨੂੰ पढ़ो, प्रार्थना करो,
ਤਾਂ ਪਰਮੇਸ਼ਵਰ ਤੁਹਾਡੇ ਨਾਲ ਹੋਗਾ ਔਰ ਤੁਹਾਨੂੰ ਪਰੀਖਿਆ ਵਿੱਚੋਂ ਬਾਹਰ ਕੱਢੂਗਾ। ਯਾਕੂਬ ਦੀ ਜਿਹੜੀ ਪੱਤਰੀ ਲਿਖੀ ਗਈ ਸੀਗੀ, ਇਹ ਜਿਹੜੀ ਪੱਤਰੀ ਸੀਗੀ 12 ਗੋਤਰ ਜਿਹੜੇ ਤਿੱਤਰ ਬਿੱਤਰ ਹੋ ਗਏ ਆਗੇ। ਇਹਦਾ ਮਤਲਬ ਇਹ ਆ ਕਿ ਜਿਹੜੇ ਵਿਸ਼ਵਾਸੀ ਆ, ਜਿਹੜੇ ਪਰਮੇਸ਼ਵਰ ਨੂੰ ਮੰਨਦੇ ਆ, ਜਾਣਦੇ ਆਗੇ, ਇਹ ਜਿਹੜੇ ਪਰਮੇਸ਼ਵਰ ਨੂੰ ਕਰਨ ਨੂੰ ਛੱਡ ਕੇ ਦੂਰ ਚਲ ਗਏ ਆ, ਉਹਨਾਂ ਦੇ ਜੀਵਨਾਂ ਵਿੱਚ ਦੁੱਖ ਔਰ ਤਕਲੀਫਾਂ ਇਸ ਕਰਕੇ ਆ ਜਾਂਦੀਆਂ ਵਾ ਕਿਉਂਕਿ ਉਹਨਾਂ ਨੇ ਪਰਮੇਸ਼ਵਰ ਦੇ ਘਰ ਨੂੰ ਛੱਡ ਦਿੱਤਾ, ਬਾਈਬਲ ਪੜ੍ਹਨੀ ਛੱਡ ਦਿੱਤੀ ਔਰ ਪਰਮੇਸ਼ਵਰ ਦੀ ਹਜ਼ੂਰੀ ਤੋਂ ਦੂਰ ਹੋ ਗਏ, ਪਰਮੇਸ਼ਵਰ ਦੇ ਭਵਨ ਤੋਂ ਦੂਰ ਹੋ ਗਏ ਔਰ ਆਪਣੀ ਕਮਾਈ ਦੇ ਕਮਾਉਣ ਵਾਸਤੇ ਪਰਮੇਸ਼ਵਰ ਨੂੰ ਵੀ ਉਹਨਾਂ ਨੇ ਛੱਡ ਦਿੱਤਾ। ਉਹ ਭੈਣ ਔਰ ਭਰਾ, ਅੱਜ ਪਰਮੇਸ਼ਵਰ ਇਸ ਵਚਨ ਦੇ ਨਾਲ ਪੁੱਛਣ ਡਿਆ ਵਾ, ਕਿਤੇ ਤੁਸੀਂ ਪਰਮੇਸ਼ਵਰ ਦੇ ਘਰ ਤੋਂ ਦੂਰ ਤਾਂ ਨਹੀਂ ਹੋ ਗਏ, ਕਿਤੇ ਬਾਈਬਲ ਪੜ੍ਹਨੀ ਤਾਂ ਨਹੀਂ ਛੱਡ ਦਿੱਤੀ, ਕਹੀਂ ਪ੍ਰਾਰਥਨਾ ਕਰਨੀ ਤਾਂ ਨਹੀਂ ਛੱਡ ਦਿੱਤੀ, ਕਿਤੇ ਪਰਮੇਸ਼ਵਰ ਦੇ ਘਰ ਤੋਂ ਦੂਰ ਤਾਂ ਨਹੀਂ ਹੋ ਗਏ। ਜੇ ਇਹ ਸਭ ਕੁਛ ਤੁਹਾਡੇ ਜੀਵਨਾਂ ਵਿੱਚ ਆ, ਕਿਤੇ ਤੁਸੀਂ ਵੀ ਦੁੱਖ ਔਰ ਤਕਲੀਫਾਂ ਵਿੱਚ ਪੈ ਕੇ ਲੋਕਾਂ ਨੂੰ ਰੋ ਕੇ ਆਪਣੀਆਂ ਕਹਾਣੀਆਂ ਤਾਂ ਨਹੀਂ ਸੁਣਾਉਂਦੇ, ਜੇ ਇਹੋ ਜਿਹੇ ਰੋਣਾ ਪਿੱਟਣਾ ਜੇ ਤੁਹਾਡੇ ਜੀਵਨ ਵਿੱਚ ਆ ਤਾਂ ਅੱਜ ਪਰਮੇਸ਼ਵਰ ਇਸ ਵਚਨ ਦੇ ਨਾਲ ਤੁਹਾਨੂੰ ਬੁਲਾਉਣ ਡਿਆ ਵਾ। ਪਰਮੇਸ਼ਵਰ ਆਂਦਾ ਵਾ, ਮੇਰੇ ਕੋਲ ਆਓ, ਮੈਂ ਤੁਹਾਡੇ ਨਾਲ ਹੋਊਂਗਾ ਔਰ ਹਰ ਪਰੀਖਿਆ ਦੇ ਵਿੱਚੋਂ ਬਾਹਰ ਕੱਢੂੰਗਾ। ਜਿਹੜੇ ਕਿ ਵਚਨ ਨੂੰ ਸੁਣਦੇ ਆ, ਮੰਨਦੇ ਆ, ਉਹਦੇ ਅਨੁਸਾਰ ਚੱਲਦੇ ਆ, ਤੇ ਜਦੋਂ ਬਾਹਰ ਵੀ ਜਾਣਗੇ ਤਾਂ ਪਰਮੇਸ਼ਵਰ ਦੇ ਨਾਲ ਜੁੜੇ ਰਹਿਣਗੇ। ਪਰਮੇਸ਼ਵਰ ਇਸ ਵਚਨ ਦੇ ਨਾਲ ਤੁਹਾਡੇ ਨਾਲ ਗੱਲ ਕਰਦਾ ਵਾ ਤਾਂ ਆਪਣੇ ਗੋਡਿਆਂ ਤੇ ਪਾਓ ਔਰ ਪ੍ਰਾਰਥਨਾ ਕਰੋ, ਪ੍ਰਭੂ ਜੀ ਮੈਨੂੰ ਮਾਫ ਕਰ ਦਿਓ। ਮੈਂ ਜਦੋਂ ਨਵਾਂ ਹਾਂ ਪਰਮੇਸ਼ਵਰ ਦੇ ਘਰ ਵਿੱਚ ਹਾਂ, ਜਦੋਂ ਦੁੱਖ ਔਰ ਤਕਲੀਫਾਂ ਆਉਂਦੀਆਂ ਸੀ ਕੋ ਪ੍ਰਾਰਥਨਾ ਕਰਨਾ ਹਾਂ ਔਰ ਆਪਣੇ ਭੈਣ ਔਰ ਭਰਾਵਾਂ ਨੂੰ ਦੱਸਣਾ ਹੈਗਾ, ਫਿਰ ਉਹ ਵੀ ਮੇਰੇ ਵਾਸਤੇ ਪ੍ਰਾਰਥਨਾ ਕਰਦੇ ਸੀ। ਉਦੋਂ ਮੈਂ ਬਾਹਰ ਨਿਕਲਣ ਡੈ ਪਈ, ਉਦੋਂ ਮੈਂ ਤਕਲੀਫਾਂ ਵਿੱਚੋਂ ਬਾਹਰ ਨਿਕਲ ਜਾਂਦਾ ਹਾਂ, ਪਰ ਮੈਂ ਕਮਾਉਣ ਦੇ ਚੱਕਰ ਵਿੱਚ ਪਰਮੇਸ਼ਵਰ ਦੇ ਘਰ ਨੂੰ ਛੱਡ ਦਿੱਤਾ, ਪ੍ਰਾਰਥਨਾ ਕਰਨੀ ਛੱਡ ਦਿੱਤੀ, ਪਰਮੇਸ਼ਵਰ ਦੇ ਘਰ ਨੂੰ ਭੁੱਲ ਗਿਆ। ਮੈਨੂੰ ਮਾਫ ਕਰ ਦੇ। ਅੱਜ ਮੈਂ ਦੁੱਖ ਔਰ ਤਕਲੀਫਾਂ ਵਿੱਚ ਹਾਂ ਔਰ ਮੈਂ ਲੋਕਾਂ ਨੂੰ ਰੋ ਕੇ ਆਪਣੀਆਂ ਕਹਾਣੀਆਂ ਦੱਸਣ ਡਿਆ ਵਾਂ, ਪਰ ਕੋਈ ਵੀ ਮੈਨੂੰ ਇਹਦੇ ਵਿੱਚੋਂ ਨਹੀਂ ਕੱਢ ਸਕਦਾ। ਪ੍ਰਾਰਥਨਾ ਕਰੋ ਕਿ ਪ੍ਰਭੂ ਜੀ ਮੈਨੂੰ ਇਹੋ ਜਿਹੇ ਗਿਆਨ ਔਰ ਬੁੱਧੀ ਦੇ ਜਿਹੜੇ ਕਿ ਲੋਕੀ ਮਸੀਹ ਦੇ ਲੋਕਾਂ ਨੂੰ ਗਲਤ ਫਾਇਦਾ ਜਿਹੜਾ ਮਸੀਹ ਦੇ ਲੋਕਾਂ ਦਾ ਚੁੱਕਦੇ ਆ, ਅੱਜ ਤੋਂ ਕੋਈ ਮੇਰਾ ਵੀ ਨਾ ਚੁੱਕ ਪਾਏ। ਪ੍ਰਾਰਥਨਾ ਕਰੋ ਕਿ ਮੈਂ ਜਦੋਂ ਵੀ ਕੋਈ ਵਚਨ ਸੁਣਾਉਂਗਾ ਤਾਂ ਮੈਂ ਉਹਦੀ ਆਦਰ ਕਰੂੰਗਾ ਔਰ ਵਚਨ ਨੂੰ ਮੰਨੂੰਗਾ, ਵਚਨ ਨੂੰ ਮੰਨ ਕੇ ਆਪਣੇ ਜੀਵਨ ਵਿੱਚ ਰੱਖੂੰਗਾ ਔਰ ਜਦੋਂ ਬਾਹਰ ਜਾਊਂਗਾ ਪਰੀਖਿਆ ਦੇ ਉੱਤੇ ਜਿੱਤ ਪਾਊਂਗਾ। ਜੇ ਤੁਸੀਂ ਵੀ ਪ੍ਰਾਰਥਨਾ ਕਰਕੇ ਪਰਮੇਸ਼ਵਰ ਦੇ ਵਚਨ ਦੇ ਉੱਤੇ ਜਦੋਂ ਪਰੀਖਿਆ ਦੀ ਘੜੀ ਹੁੰਦੀ ਆ ਜਿੱਤ ਪਾਉਣਾ ਚਾਹੁੰਦੇ ਜੇ ਤੇ ਪਰਮੇਸ਼ਵਰ ਦੇ ਕੋਲ ਆਓ, ਪਰਮੇਸ਼ਵਰ ਤੁਹਾਨੂੰ ਉਹਦੇ ਵਿੱਚੋਂ ਬਾਹਰ ਕੱਢੂਗਾ। ਪਰਮੇਸ਼ਵਰ ਇਸ ਵਚਨ ਦੇ ਨਾਲ ਸਾਨੂੰ ਆਸ਼ੀਸ਼ ਕਰੇ, ਪਰਮੇਸ਼ਵਰ ਇਸ ਵਚਨ ਦੇ ਨਾਲ ਸਾਨੂੰ ਤਿਆਰ ਕਰੇ, ਪਰਮੇਸ਼ਵਰ ਇਸ ਵਚਨ ਦੇ ਨਾਲ ਸਾਨੂੰ ਪਰੀਖਿਆ ਵਿੱਚ ਕਿਸ ਤਰ੍ਹਾਂ ਰਹਿਣਾ ਸਿਖਾਏ। ਪਰਮੇਸ਼ਵਰ ਇਸ ਵਚਨ ਦੇ ਨਾਲ ਸਾਨੂੰ ਜਦੋਂ ਵਚਨ ਕੋਈ ਸੁਣਾਉਂਦਾ ਵਾ ਸੁਣਨ ਵਾਲਾ ਬਣਾਏ। ਪਰਮੇਸ਼ਵਰ ਇਸ ਵਚਨ ਦੇ ਨਾਲ ਸਾਨੂੰ ਜਦੋਂ ਕੋਈ ਵਚਨ ਬੋਲਦਾ ਵਾ ਉਹਦੇ ਅਨੁਸਾਰ ਚੱਲਣ ਵਾਲਾ ਬਣਾਏ ਔਰ ਜਦੋਂ ਬਾਹਰ ਜਾਈਏ ਤਾਂ ਪਰਮੇਸ਼ਵਰ ਦੀ ਮਹਿਮਾ ਕਰਨ ਵਾਲਾ ਬਣਾਏ। ਪਰਮੇਸ਼ਵਰ ਇਸ ਵਚਨ ਦੇ ਨਾਲ ਤੁਹਾਨੂੰ ਔਰ ਮੈਨੂੰ ਔਰ ਸਾਰਿਆਂ ਨੂੰ ਆਸ਼ੀਸ਼ ਕਰੇ। ਗॉड ब्लेस यू ऑल।